ਕਿਸਾਨ ਸੰਘਰਸ਼ ਬਾਰੇ ਗੱਲਬਾਤ ਕਰਨ ਲਈ ਤੁਹਾਡੇ ਨਾਲ ਜੁੜੇ ਹਾਂ। ਇਸ ਵੇਲੇ ਜੰਮੂ ਤੋਂ ਸਿੱਖ ਆਗੂ ਸਰਦਾਰ ਗੁਰਦੇਵ ਸਿੰਘ ਸਾਡੇ ਨਾਲ ਹਾਜ਼ਰ ਨੇ, ਜੋ ਕਿਸਾਨੀ ਘੋਲ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਆ। ਗੱਲਬਾਤ ਦੇ ਲਈ ਉਹਨਾਂ ਨੂੰ ਮੈਂ ਸੱਦਾ ਦਿੰਦਾ। ਸਭ ਤੋਂ ਪਹਿਲਾਂ ਸਾਂਝੇ ਰੂਪ 'ਚ ਫਤਿਹ ਦੀ ਸਾਂਝ ਪਾਵਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਕਿਸਾਨ ਸੰਘਰਸ਼ ਦੀ, ਤੇ ਜੰਮੂ ਕਸ਼ਮੀਰ ਤੋਂ ਵੀ ਜਿਹੜੇ ਸਿੱਖ ਆਗੂ ਨੇ ਜਾਂ ਜਿਹੜੇ ਕਿਸਾਨ ਭਰਾ ਨੇ ਉਹ ਆਪਣਾ ਬਣਦਾ ਯੋਗਦਾਨ ਪਾ ਰਹੇ ਆ ਜੀ। ਤੇ ਲੰਘੇ ਦਿਨੀ ਇੱਕ ਗ੍ਰਿਫਤਾਰੀ ਹੋਈ ਆ ਭਾਈ ਮਹਿੰਦਰ ਸਿੰਘ ਖਾਲਸਾ, ਜਿਹੜੇ ਸਿੱਖ ਪ੍ਰਚਾਰਕ ਨੇ, ਤੇ ਇੱਕ ਨੌਜਵਾਨ 23 ਸਾਲ ਦਾ ਨੌਜਵਾਨ ਜੰਮੂ ਤੋਂ ਚੁੱਕਿਆ। ਇਸ ਘਟਨਾ ਬਾਰੇ ਤੁਹਾਡਾ ਪ੍ਰਤੀਕਰਮ ਕੀ ਆ? ਦੇਖੋ ਜੀ, ਗੱਲ ਇਹ ਹੈ ਕਿ ਕਿਸਾਨ ਮੋਰਚਾ ਜਿਹੜਾ ਦਿੱਲੀ ਵਿੱਚ ਪਿਛਲੇ ਤਕਰੀਬਨ 3 ਮਹੀਨੇ ਤੋਂ ਚੱਲ ਰਿਹਾ ਹੈ, ਉਹਨੇ ਪੂਰੇ ਹਿੰਦੁਸਤਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਔਰ ਜਿਤਨੇ ਵੀ ਲੋਕ ਨੇ, ਚਾਹੇ ਉਹ ਕਿਸਾਨ ਨੇ, ਚਾਹੇ ਕਿਸਾਨਾਂ ਦੇ ਸਪੋਰਟਰ ਨੇ, ਉਹਨਾਂ ਨੂੰ ਇਸ ਮੋਰਚੇ ਦੇ ਨਾਲ ਪੂਰੀ ਹਮਦਰਦੀ ਹੈ, ਕਿਉਂਕਿ ਬੇਸਿਕਲੀ ਰੋਟੀ ਹਰ ਇਨਸਾਨ ਖਾਂਦਾ ਹੈ, ਔਰ ਰੋਟੀ ਖਾਣ ਦੀ ਵਜ੍ਹਾ ਕਰਕੇ ਕਿਸਾਨ ਤੇ ਹਰ ਆਦਮੀ ਜਿਹੜਾ ਹੈ ਉਹ ਡਿਪੈਂਡ ਹੈ। ਜੋ ਦਿੱਲੀ ਜਾ ਕੇ ਅਸੀਂ ਵੀ ਦੇਖਿਆ ਹੈ ਕਿ ਸਰਕਾਰ ਨੇ ਜੋ 3 ਨਵੇਂ ਕਾਲੇ ਕਾਨੂੰਨ ਬਣਾਏ ਨੇ, ਉਹਨਾਂ ਨੇ ਕਿਸਾਨਾਂ ਦੇ ਜਿਹੜੇ ਉਹ ਹੱਕ ਸੀਗੇ, ਜਿਹੜਾ ਮੰਡੀਕਰਨ ਸੀ ਜਾਂ ਜਿਹੜੀ MSP ਸੀ, ਉਸ ਨੂੰ ਖਤਮ ਕਰਕੇ ਤੇ ਜਿਹੜੇ ਇਹ ਵੱਡੇ ਕਾਰਪੋਰੇਟ ਘਰਾਣੇ ਨੇ, ਅਡਾਨੀ ਹੈ, ਅੰਬਾਨੀ ਹੈ, ਇਹਨਾਂ ਦੇ ਨਾਲ ਸੌਦੇਬਾਜ਼ੀ ਕਰ ਲਈ ਹੋਈ ਹੈ। ਔਰ ਇਹ ਚਾਹੁੰਦੇ ਨੇ ਕਿ ਜਿਹੜਾ ਇੱਕ ਸੈਕਟਰ, ਕਿਸਾਨੀ ਸੈਕਟਰ ਹੈ, ਇਸ ਨੂੰ ਜਿਹੜਾ ਹੈ ਉਹ ਕਾਰਪੋਰੇਟ ਦੇ ਹੱਥ ਦੇ ਵਿੱਚ ਦੇ ਦਿੱਤਾ ਜਾਏ। ਔਰ ਬਲਕਿ ਸਾਨੂੰ ਤਾਂ ਇਹ ਵੀ ਪਤਾ ਲੱਗਾ ਹੈ ਕਿ ਇਹ ਸੌਦੇਬਾਜ਼ੀ ਆਲਰੇਡੀ ਸਰਕਾਰ ਨੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੇ ਕੋਲੋਂ ਜੋ ਪੈਸੇ ਲੈ ਕੇ ਇਲੈਕਸ਼ਨਾਂ ਜਿੱਤੀਆਂ, ਜਾਂ EVM ਜਿਹੜਾ ਹੈ ਇੱਥੇ ਉਹਨਾਂ ਨੇ ਆਪਣੇ ਸਿਸਟਮ ਦੇ ਨਾਲ BJP ਦੀ ਸਰਕਾਰ ਨੂੰ ਇੰਡੀਆ ਵਿੱਚ ਕਾਮਯਾਬ ਕੀਤਾ ਹੈ। ਇਹ ਸਾਜ਼ਿਸ਼ ਬੜੀ ਉਦੋਂ ਪਹਿਲਾਂ ਦੀ ਬਣ ਚੁੱਕੀ ਸੀ ਜੀ। ਹੁਣ ਆਪਣੀ ਉਸ ਸਾਜ਼ਿਸ਼ ਨੂੰ ਪੂਰਾ ਕਰਨ ਵਾਸਤੇ, ਉਸ ਵਾਅਦੇ ਨੂੰ ਪੂਰਾ ਕਰਨ ਵਾਸਤੇ ਉਹ ਇੱਕ ਇੱਕ ਕਰਕੇ ਨਵੇਂ ਕਾਨੂੰਨ ਜਿਹੜੇ ਨੇ ਉਹ ਬਣਾ ਰਹੇ ਨੇ। ਔਰ ਮੈਜੋਰਿਟੀ ਲੋਕ ਸਭਾ ਦੇ ਵਿੱਚ ਹੋਣ ਕਰਕੇ ਰਾਜ ਸਭਾ ਦੇ ਵਿੱਚ ਅਜੇ ਕਿ ਉਹ ਬਿੱਲ ਪਾਸ ਨਹੀਂ ਸੀ ਹੋ ਸਕਦੇ, ਲੇਕਿਨ ਜਿਹੜਾ ਤਰੀਕਾਕਾਰ ਅਪਣਾਇਆ ਗਿਆ ਉਹ ਗੈਰ ਜਮਹੂਰੀ ਹੈ, ਗੈਰ ਆਈਨੀ ਹੈ। ਨਾ ਤੇ ਉਹਨਾਂ ਬਿੱਲਾਂ ਦੇ ਉੱਤੇ ਰਾਜ ਸਭਾ ਵਿੱਚ ਚਰਚਾ ਕੀਤੀ ਗਈ, ਨਾ ਉਹ ਸਿਲੈਕਟ ਕਮੇਟੀ ਕੋਲ ਭੇਜੇ ਗਏ, ਔਰ ਨਾ ਉਸ ਦੇ ਉੱਪਰ ਪ੍ਰੋਪਰ ਵੋਟਿੰਗ ਹੋਈ ਜੀ। ਔਰ ਜਿਹੜੀ ਸੰਵਿਧਾਨਕ ਗੱਲ ਇਹ ਵੀ ਹੈ ਕਿ ਉਹ ਬਿੱਲ ਜਿਹੜਾ ਹੈ ਉਹ ਸੈਂਟਰ ਸਰਕਾਰ ਪਾਸ ਕਰ ਹੀ ਨਹੀਂ ਸਕਦੀ। ਉਹ ਰਾਜਾਂ ਦਾ, ਸਟੇਟਾਂ ਦਾ ਹੈਗਾ, ਅਖਤਿਆਰ ਹੈਗਾ। ਉਹਦੇ ਵਿੱਚ ਸਟੇਟਾਂ ਨੇ ਜਿਹੜੀ ਆਪਣੀ ਰਿਕਮੈਂਡੇਸ਼ਨਾਂ ਜਦ ਤੱਕ ਨਾ ਭੇਜਣ, ਉਹਦੇ ਵਿੱਚ ਸੈਂਟਰ ਸਰਕਾਰ ਦਾ ਕੋਈ ਰੋਲ ਹੀ ਨਹੀਂ ਹੈ। ਲੇਕਿਨ ਕਿਉਂਕਿ ਇਸ ਵੇਲੇ ਜਿਸ ਦੇ ਕੋਲ ਸੱਤਾ ਆ ਗਈ ਹੈ, ਤਾਕਤ ਆ ਗਈ ਹੈ, ਉਹ ਆਪਣੀ ਸੀਨਾ ਜ਼ੋਰੀ ਦੇ ਨਾਲ ਸਭ ਕੁਝ ਜਿਹੜਾ ਹੈ ਜਾਇਜ਼ ਨਾਜਾਇਜ਼ ਉਹ ਸਭ ਕਰ ਰਹੇ ਨੇ। ਔਰ ਜਦੋਂ ਇਹ ਸੱਚਾਈ ਦੁਨੀਆ ਨੂੰ ਪਤਾ ਲੱਗੀ ਹੈ ਕਿ ਬਈ ਇਹ ਤਾਂ ਇੱਕ ਇੱਕ ਕਰਕੇ ਇਹਨਾਂ ਨੇ ਪਹਿਲਾਂ ਜਿਹੜੀਆਂ ਜੌਬਸ ਨੇ ਖਤਮ ਕੀਤੀਆਂ, ਪ੍ਰਾਈਵੇਟ ਸੈਕਟਰ ਨੂੰ ਹਰ ਮੈਦਾਨ ਵਿੱਚ ਲੈ ਆਂਦਾ, ਔਰ ਜਿਹੜੇ ਹਾਲਾਤ ਦੇਸ਼ ਦੇ ਬਣਾ ਦਿੱਤੇ। ਉਸ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਹੈ ਨੋਟਬੰਦੀ ਕੀਤੀ ਹੈ। ਇਤਨਾ ਸਲਮ ਉਸ ਤੋਂ ਬਾਅਦ ਕਾਰੋਬਾਰ ਬਿਜ਼ਨਸ ਦੇ ਵਿੱਚ ਆ ਗਿਆ ਹੈ ਕਿ ਲੋਕਾਂ ਦੇ ਛੋਟੇ ਛੋਟੇ ਕਾਰੋਬਾਰ ਜਿਹੜੇ ਚੱਲਦੇ ਸੀ ਉਹ ਬੰਦ ਹੋ ਗਏ। ਔਰ ਜਿਹੜੀ ਰੋਟੀ ਰੋਜ਼ੀ ਚੱਲਦੀ ਸੀ, ਕੋਈ ਮਜ਼ਦੂਰੀ ਚੱਲਦੀ ਸੀ, ਹਰ ਤਰ੍ਹਾਂ ਦੇ ਵਿੱਚ ਲੋਕਾਂ ਨੂੰ ਜਿਹੜੀ ਆ ਉਹ ਖੜੋਤ ਆ ਗਈ। ਔਰ ਉਹਨਾਂ ਦਾ ਜਿਹੜਾ ਹੈ ਉਹ ਰੋਟੀ ਦੇ ਵੀ ਲੋਕਾਂ ਨੂੰ ਲਾਲੇ ਪੈ ਗਏ, ਬਿਲਕੁਲ ਜਿਹੜੀ ਹੈ ਮੁਸ਼ਕਿਲਾਂ ਪੈਦਾ ਹੋ ਗਈਆਂ। ਇੱਕ ਇੱਕ ਕਰਕੇ ਜਦੋਂ ਇਹਨਾਂ ਨੇ ਦੇਖਿਆ ਕਿ ਉਸ ਦੇ ਵਿੱਚ ਇਹ ਕਾਮਯਾਬ ਹੋ ਗਏ, ਕੋਈ ਨਹੀਂ ਬੋਲਿਆ, ਫਿਰ ਇਹਨਾਂ ਨੇ ਕਿਸਾਨ ਨੂੰ ਹੱਥ ਪਾ ਲਿਆ ਜੀ। ਲੇਕਿਨ ਇਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਕਿਸਾਨ ਇੱਕ ਐਸਾ ਇਹ ਰੀੜ੍ਹ ਦੀ ਹੱਡੀ ਹੈ ਸਮਾਜ ਦੀ ਕਿ ਅੰਗਰੇਜ਼ ਨੂੰ ਹਿੰਦੁਸਤਾਨ ਚੋਂ ਕੱਢਣ ਵਾਸਤੇ ਔਰ ਇੱਥੇ ਜਿਹੜਾ ਜਦੋਜਹਿਦ ਚੱਲੀ ਹੈ, ਸੰਘਰਸ਼ ਚੱਲੀ ਹੈ, ਉਹਦੀ ਰੀੜ੍ਹ ਦੀ ਹੱਡੀ ਵੀ ਜਿਹੜੀ ਆ ਉਹ ਕਿਸਾਨ ਅੰਦੋਲਨ ਰਿਹਾ ਜੀ। ਕਿਸਾਨਾਂ ਦੇ ਬੇਟੇ ਜਿਹੜੇ ਨੇ ਉਹ ਕਿਉਂਕਿ ਬੜੀ ਜਿਹੜੀ ਆ ਹੱਕ ਸੱਚ ਦੀ ਔਰ ਮਿਹਨਤ ਦੀ ਕਮਾਈ, ਖੂਨ ਪਸੀਨੇ ਦੀ ਕਮਾਈ ਕਰਦੇ ਨੇ। ਔਰ ਜਿਸ ਵੇਲੇ ਉਹ ਸੰਘਰਸ਼ ਵਿੱਚ ਆ ਜਾਂਦੇ ਨੇ ਤਾਂ ਉਹਨਾਂ ਦੀ ਜਿਹੜੀ ਹੈ ਬੜੀ ਪਵਿੱਤਰ ਆਤਮਾ ਹੁੰਦੀ ਹੈ, ਸੱਚੀ ਆਤਮਾ ਹੁੰਦੀ ਹੈ। ਉਹ ਫਿਰ ਇਸ ਦੇ ਵਿੱਚ ਜਿਹੜੀ ਆ ਆਪਣੀ ਪੂਰਾ ਜੀ ਜਾਨ ਲਗਾ ਦਿੰਦੇ ਨੇ।
ਇਹੀ ਕਾਰਨ ਹੈ ਕਿ ਬਹੁਤੀਆਂ ਸ਼ਹਾਦਤਾਂ ਜਿਹੜੀਆਂ ਨੇ ਉਹ ਉਹਨਾਂ ਲੋਕਾਂ ਦੀਆਂ ਹੋਈਆਂ ਜਿਹੜੇ ਕਿਸਾਨੀ ਨਾਲ ਜੁੜੇ ਸਨ। ਔਰ ਖੋਜ ਵੀ ਇਹ ਗੱਲ ਕਹਿੰਦੀ ਹੈ ਕਿ ਜਿਹੜੇ ਲੋਕੀ ਖੇਤੀ ਕਰਦੇ ਨੇ ਨਾ, ਉਹ ਲੋਕ ਸਭਿਅਕ ਵੀ ਹੁੰਦੇ ਨੇ ਔਰ ਉਹਨਾਂ ਦਾ ਆਤਮਾ ਵੀ ਪਵਿੱਤਰ ਹੁੰਦੀ ਹੈ। ਦੂਆ ਉਹਨਾਂ ਦਾ ਜਿਹੜਾ ਕਿੱਤਾ ਹੈ, ਜਿਹੜਾ ਉਹਨਾਂ ਦਾ ਕੰਮ ਹੈ, ਉਹ ਲੋਕ ਭਲਾਈ ਵਾਸਤੇ ਹੁੰਦਾ, ਲੋਕਾਂ ਨੂੰ ਰੋਟੀ ਖਵਾਉਣ ਵਾਸਤੇ ਹੁੰਦਾ, ਉਹਨਾਂ ਨੂੰ ਜੀਵਤ ਰੱਖਣ ਵਾਸਤੇ ਹੁੰਦਾ, ਲਾਈਫ ਲਾਈਨ ਹੁੰਦੀ। ਤੋ ਉਸ ਲਾਈਫ ਲਾਈਨ ਨੂੰ ਕਿਉਂਕਿ ਸਰਕਾਰ ਨੇ ਹੁਣ ਡਿਸਟਰਬ ਕਰ ਦਿੱਤਾ ਹੈ, ਇਸ ਦੀ ਸੋਝਬਾਜ਼ੀ ਕਰ ਦਿੱਤੀ ਹੈ। ਔਰ ਜਿਹੜੇ ਕਾਨੂੰਨ ਬਾਹਰਲੇ ਮੁਲਕਾਂ ਵਿੱਚ ਇਹ ਕਾਨੂੰਨ ਪਹਿਲਾਂ ਫੇਲ ਹੋ ਚੁੱਕੇ ਨੇ ਔਰ ਉਹ ਸਰਕਾਰਾਂ ਜਿਹੜੀਆਂ ਮੰਨਦੀਆਂ ਨੇ ਕਿ ਇਹਨਾਂ ਦੇ ਨਾਲ ਜਿਹੜਾ ਉੱਥੇ ਲੋਕਾਂ ਨੇ ਕਿਸਾਨੀ ਕਰਨੀ ਛੱਡ ਦਿੱਤੀ ਹੈ ਔਰ ਇਹ ਫੇਲ ਹੋ ਗਏ ਨੇ, ਇਸ ਦੇ ਨਾਲ ਗਰੀਬ ਲੋਕਾਂ ਦਾ ਕੋਈ ਭਲਾ ਨਹੀਂ ਹੋ ਸਕਿਆ, ਉਹੀ ਜਿਹੜਾ ਹੈ ਇਹਨਾਂ ਨੇ ਚੁੱਕ ਕੇ ਇੰਡੀਆ ਦੇ ਵਿੱਚ ਲਾਗੂ ਕਰ ਦਿੱਤੇ। ਹੁਣ ਜਿਹੜੇ 10 ਰਾਊਂਡ ਤਕਰੀਬਨ ਗੱਲਬਾਤ ਹੋਈ ਹੈ ਦਿੱਲੀ ਸਰਕਾਰ ਦੇ ਨਾਲ ਕਿਸਾਨ ਨੇਤਾਵਾਂ ਦੀ, ਕਿਸਾਨ ਨੇਤਾਵਾਂ ਨੇ ਬੜੀ ਚੰਗੀ ਤਰ੍ਹਾਂ ਸਰਕਾਰ ਨੂੰ ਦੱਸ ਦਿੱਤਾ ਔਰ ਮੰਨ ਵੀ ਲਿਆ ਸਰਕਾਰ ਨੇ ਕਿ ਬਈ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਮੰਨਦੇ ਹਾਂ, ਲੇਕਿਨ ਉਹ ਕਹਿੰਦੇ ਨੇ ਕਿ ਅਸੀਂ ਬਿੱਲ ਵਾਪਸ ਨਹੀਂ ਲਵਾਂਗੇ, ਅਸੀਂ ਇਹ ਸਾਰੀਆਂ ਇਸ ਦੇ ਵਿੱਚ ਤੁਹਾਡੀਆਂ ਦੱਸੀਆਂ ਹੋਈਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੀ ਤਰਮੀਮ ਕਰ ਦਿਆਂਗੇ। ਤੇ ਜਦੋਂ ਸਾਰੀਆਂ ਗੱਲਾਂ ਤੁਸੀਂ ਮੰਨ ਰਹੇ ਹੋ ਕਿ ਅਸੀਂ ਇਹ ਗਲਤ ਨੇ, ਅਸੀਂ ਇਹਨਾਂ ਦੀ ਤਰਮੀਮ ਕਰਨਾ ਚਾਹੁੰਦੇ ਹਾਂ, ਤੇ ਫਿਰ ਤੁਸੀਂ ਜਿਹੜਾ ਉਹ ਖੋਖਲਾ ਇੱਕ ਢਾਂਚਾ ਬਿੱਲ ਦਾ ਜਿਹੜਾ ਉਹ ਕਾਹਦੇ ਵਾਸਤੇ ਤੁਸੀਂ ਰੱਖਣਾ ਚਾਹੁੰਦੇ ਹੋ? ਫਿਰ ਤੇ ਕਿਸਾਨ ਲੀਡਰਸ਼ਿਪ ਇਹ ਗੱਲ ਕਹਿੰਦੀ ਹੈ ਕਿ ਤੁਸੀਂ ਇਸ ਨੂੰ ਵੀ ਪਰੇ ਛੱਡੋ, ਜਿਹੜਾ ਪਹਿਲਾ ਸਿਸਟਮ ਸੀ, ਬਲਕਿ ਚਾਹੀਦਾ ਤਾਂ ਇਹ ਸੀ ਕਿ ਜਿਹੜਾ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਸਨ ਉਹ ਲਾਗੂ ਕੀਤੀਆਂ ਜਾਂਦੀਆਂ ਔਰ ਇਹ ਚੀਜ਼ ਦੇਖੀ ਜਾਂਦੀ ਕਿ ਕਿਸਾਨ ਲੋਕ ਇਤਨੀ ਮਿਹਨਤ ਕਰਕੇ, ਖੂਨ ਪਸੀਨੇ ਦੀ ਕਮਾਈ ਕਰਕੇ, ਇਤਨੇ ਧਰਮੀ ਹੋ ਕੇ ਖੁਦਕਸ਼ੀਆਂ ਕਿਉਂ ਕਰ ਰਹੇ ਨੇ? ਸੋਚਣ ਵਾਲੀ ਗੱਲ ਹੈ, ਕਿਉਂਕਿ ਜਿਹੜਾ ਦੁਨੀਆ ਨੂੰ ਪਾਲਦਾ ਹੈ, ਅਨਾਜ ਖਵਾਉਂਦਾ ਹੈ, ਉਸ ਦੀ ਨੌਬਤ ਅੱਜ ਇਹ ਆ ਗਈ ਹੈ ਕਿ ਉਹ ਖੁਦਕਸ਼ੀਆਂ ਕਰ ਰਹੇ ਔਰ ਇੱਕ ਨਹੀਂ ਹਜ਼ਾਰਾਂ ਲੋਕ ਖੁਦਕਸ਼ੀਆਂ ਕਰ ਗਏ। ਉਹ ਖੁਦਕਸ਼ੀਆਂ ਉਹਨਾਂ ਦੀਆਂ ਦੇ ਜਿਹੜੇ ਕਾਰਨ ਸਨ, ਬੜੇ ਅੰਦੋਲਨ ਇਸ ਤੋਂ ਪਹਿਲਾਂ ਵੀ ਹੋਏ ਨੇ। ਜੰਤਰ ਮੰਤਰ ਦੇ ਵਿੱਚ ਮਹਿੰਦਰ ਸਿੰਘ ਟਕੈਤ ਨੇ ਵੀ ਕੀਤਾ, ਮਹਾਰਾਸ਼ਟਰ ਤੋਂ, ਕੇਰਲਾ ਤੋਂ, ਉੱਤਰ ਦੇ ਵੀ ਹਜ਼ਾਰਾਂ ਕਿਸਾਨ ਆਏ, ਬਲਕਿ ਜਿਹੜੇ ਖੁਦਕਸ਼ੀ ਉਹਨਾਂ ਦੇ ਸਾਥੀ ਕਰ ਗਏ ਸਨ ਉਹ ਉਹਨਾਂ ਦੀਆਂ ਹੱਡੀਆਂ ਨਾਲ ਲੈ ਕੇ ਜੰਤਰ ਮੰਤਰ ਤੇ ਆਏ, ਹਾਜ਼ਰ ਹੋਏ। ਉਹਨਾਂ ਨੇ ਕਿਹਾ ਭਈ ਅਸੀਂ ਵਾਸਤਾ ਪਾਉਂਦੇ ਹਾਂ ਤੁਹਾਨੂੰ ਇਹਨਾਂ ਦਾ, ਜਿਹੜੇ ਵਿਚਾਰੇ ਆਪਣੀਆਂ ਜਾਨਾਂ ਗਵਾ ਗਏ, ਤੁਸੀਂ ਕਿਸਾਨ ਦੀ ਆਮਦਨ ਜਿਹੜੀ ਹੈ ਉਹ ਐਸੀ ਕਾਨੂੰਨ ਬਣਾਓ, ਸੁਧਾਰ ਕਰੋ ਤਾਂ ਕਿ ਕਿਸਾਨ ਖੁਸ਼ਹਾਲ ਹੋ ਜਾਏ। ਇੱਕ ਬੜੀ ਕਾਮਨ ਸੋਚਣ ਵਾਲੀ ਗੱਲ ਹੈ ਕਿ ਕਿਸਾਨ ਦੀ ਆਮਦਨ ਦੇ ਵਿੱਚ ਔਰ ਸਰਕਾਰੀ ਮੁਲਾਜ਼ਮ ਦੀ ਆਮਦਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋ ਗਿਆ ਹੈ। ਜਦੋਂ ਕਿ ਮਿਹਨਤ ਕਿਸਾਨ ਦੀ ਜ਼ਿਆਦਾ ਹੈ, ਤਾਂ ਜਿਸ ਦੀ ਮਿਹਨਤ ਜ਼ਿਆਦਾ ਹੈ ਉਸ ਨੂੰ ਆਮਦਨ ਜ਼ਿਆਦਾ ਹੋਣੀ ਚਾਹੀਦੀ ਹੈ, ਜਿਸ ਦੀ ਮਿਹਨਤ ਘੱਟ ਹੈ ਉਸ ਦੀ ਆਮਦਨ ਘੱਟ ਹੋਣੀ ਚਾਹੀਦੀ ਹੈ। ਲੇਕਿਨ ਇੱਥੇ ਉਲਟਾ ਸਿਸਟਮ ਹੈ ਔਰ ਜਿਹੜਾ ਆਦਮੀ ਕਿਸਾਨ ਵਿਚਾਰੇ ਨੂੰ ਕੋਈ ਘਰ ਦੇ ਵਿੱਚ ਸਰਕਾਰੀ ਮੁਲਾਜ਼ਮਤ ਕਿਸੇ ਮੈਂਬਰ ਨੂੰ ਨਹੀਂ ਹੈ ਜਾਂ ਕੋਈ ਦੂਸਰਾ ਸੈਕੰਡ ਬਿਜ਼ਨਸ ਨਹੀਂ ਹੈ, ਉਹ ਤਾਂ ਸਰਵਾਈਵ ਹੀ ਨਹੀਂ ਕਰ ਸਕਦਾ, ਉਹ ਤਾਂ ਭੁੱਖਾ ਮਰਨ ਤੱਕ ਨੌਬਤ ਆ ਗਿਆ ਔਰ ਖੁਦਕਸ਼ੀਆਂ ਕਰਨ ਤੱਕ ਨੌਬਤ ਆ ਗਈ ਹੈ। ਇਸ ਨੂੰ ਜਿਹੜਾ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਸੁਧਾਰ ਕਰਨ ਦੀ ਲੋੜ ਸੀ ਔਰ ਲਾਗੂ ਕਰਨ ਦੀ ਲੋੜ ਸੀ, ਲੇਕਿਨ ਸਰਕਾਰ ਨੇ ਤਾਂ ਇਹ ਕੀਤਾ ਕਿ ਬਜਾਏ ਉਹ ਕਰਨ ਦੇ ਜਿਹੜੇ ਉਹ ਡਿਫੰਕਟ ਜਿਹੜੇ ਬਿੱਲ ਸਨ ਬਣਾ ਕੇ, ਨਵੇਂ ਕਾਨੂੰਨ ਬਣਾ ਕੇ ਤੇ ਉਹ ਜ਼ਬਰਦਸਤੀ ਥੋਪ ਦਿੱਤੇ ਔਰ ਥੋਪੇ ਵੀ ਇਸ ਤਰੀਕੇ ਦੇ ਨਾਲ ਕਿ ਅਨਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਉਹਨਾਂ ਨੇ ਉਹ ਲਾਗੂ ਕੀਤੇ, ਜਿਸ ਦੀ ਰਿਜ਼ੈਂਟਮੈਂਟ ਹੈ। ਇਹ ਸਾਰਾ ਜਿਹੜਾ ਸੰਘਰਸ਼ ਹੈ ਇਹ ਸਰਕਾਰ ਦੀ ਉਹ ਗੈਰ ਸੰਵਿਧਾਨਕ ਜਿਹੜੀ ਕਾਰਵਾਈ ਹੈ, ਇਹ ਉਸ ਦੀ ਰਿਜ਼ੈਂਟਮੈਂਟ ਦੇ ਵਿੱਚ ਸਾਰਾ ਕੁਝ ਸਾਹਮਣੇ ਆ ਰਿਹਾ ਹੈ। ਔਰ ਬੜਾ ਚੰਗਾ ਕੀਤਾ ਤੁਸੀਂ, ਲੰਮਾ ਵਿਸਥਾਰ ਗੱਲ ਦੀ ਭੂਮਿਕਾ 'ਚ ਹੀ ਦੱਸ ਦਿੱਤਾ। ਆਪਾਂ ਮੁੜ ਉਸੇ ਸਵਾਲ 'ਤੇ ਆਈਏ ਕਿ ਭਾਈ ਮਹਿੰਦਰ ਸਿੰਘ ਖਾਲਸਾ ਜੋ ਜੰਮੂ ਤੋਂ ਸਿੱਖ ਪ੍ਰਚਾਰਕ ਨੇ ਤੇ ਨਾਲ ਦੀ ਨਾਲ ਗੁਰਬਾਣੀ ਦਾ ਬੜਾ ਰਸ ਭਿੰਨਾ ਕੀਰਤਨ ਕਰਦੇ ਆ, ਤੇ ਉਹ ਪਿਛਲੇ ਦਿਨੀ ਕਿਸਾਨ ਸੰਘਰਸ਼ ਦੇ ਵਿੱਚ ਸਰਗਰਮ ਸਨ, ਚਾਹੇ ਜੰਮੂ ਦੀ ਧਰਤੀ ਦੀ ਗੱਲ ਹੋਵੇ ਜਾਂ ਦਿੱਲੀ ਜਾ ਕੇ ਵੀ ਤੁਹਾਡਾ ਗਰੁੱਪ ਵੀ ਜਿਹੜਾ ਗਲੋਬਲ ਕਿਸਾਨ ਮੂਵਮੈਂਟ ਦੇ ਇਹ ਨੁਮਾਇੰਦੇ ਨੇ, ਸਰਦਾਰ ਗੁਰਦੇਵ ਸਿੰਘ ਜਿਹੜੇ ਜੰਮੂ ਤੋਂ ਨੇ, ਤੇ ਇਸ ਦੇ ਨਾਲ ਹੀ ਜਿਹੜਾ ਯੂਨਾਈਟਿਡ ਕਿਸਾਨ ਫਰੰਟ ਜਿਹੜਾ ਜਿਸ ਦੇ ਆਗੂ ਮਹਿੰਦਰ ਸਿੰਘ ਖਾਲਸਾ ਨੇ, ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਆ, ਨਾਲੇ ਇੱਕ ਨੌਜਵਾਨ ਨੂੰ ਵੀ ਚੁੱਕਿਆ ਹੋਇਆ। ਇਹ ਜਿਹੜੀ ਗ੍ਰਿਫਤਾਰੀ ਹੈ ਇਸ ਨੂੰ ਕਿਵੇਂ ਵੇਖਦੇ ਹੋ? ਜਾਇਜ਼ ਨਜਾਇਜ਼ ਵਾਲੀ ਤਾਂ ਗੱਲ ਪਿੱਛੇ ਰਹਿ ਗਈ, ਆਪਾਂ ਸਾਰੇ ਸਮਝਦੇ ਹਾਂ ਕਿ ਕਿਵੇਂ ਲੋਕਾਂ ਨੂੰ ਉਲਝਾਇਆ ਜਾ ਰਿਹਾ, ਤੇ ਇਸ ਸਰਕਾਰ ਦੇ ਇਸ ਪੈਂਤੜੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਜਿੱਥੋਂ ਤੱਕ ਮੈਂ ਸਮਝਦਾ ਕਿ ਜੰਮੂ ਕਸ਼ਮੀਰ ਦੇ ਜਿਹੜੇ ਹਾਲਾਤ ਨੇ ਉਹ ਆਲਰੇਡੀ ਇਸ ਸਰਕਾਰ ਨੇ ਜਿਹੜੀ ਸਟੇਟ ਤੋੜ ਕੇ ਯੂਟੀ ਬਣਾ ਕੇ 370 ਧਾਰਾ ਖਤਮ ਕਰਕੇ ਜਿਹੜੀ ਹੈ ਉਹ ਬਿਲਕੁਲ ਇਸ ਨੂੰ ਤਬਾਹ ਕਰ ਦਿੱਤਾ ਹੈ
ਔਰ ਇਸ ਨੂੰ ਟੁਕੜੇ ਟੁਕੜੇ ਕਰ ਦਿੱਤਾ ਹੈ। ਔਰ ਉਸ ਸਾਰਾ ਬਿਖਰਿਆ ਹੋਇਆ ਜਿਹੜਾ ਮਾਹੌਲ ਹੈ ਉਸ ਦੇ ਵਿੱਚ ਅਨਸਰਟਨਟੀ ਪੈਦਾ ਹੋ ਗਈ ਹੈ ਇੱਥੋਂ ਦੇ ਲੋਕਾਂ ਨੂੰ। ਔਰ ਇੱਥੇ ਦੇ ਜਿਹੜੇ ਹਾਲਾਤ ਨੇ, ਗੌਰਮੈਂਟ ਉਸ ਦੀ ਸੀਰੀਅਸਨੈਸ ਨੂੰ ਸੁਲਝਾਉਣ ਦੇ ਬਜਾਏ, ਸਮਝਣ ਦੇ ਬਜਾਏ ਉਹ ਇਸ ਨੂੰ ਜਿਹੜਾ ਹੈ ਉਹ ਜ਼ਬਰਦਸਤੀ ਕੰਟਰੋਲ ਕਰਨਾ ਚਾਹੁੰਦੀ ਹੈ। ਔਰ ਸਰਕਾਰ ਨੂੰ ਜਿਹੜੀ ਹੈ ਇਹ ਲੱਗਦਾ ਸੀ ਕਿ ਸ਼ਾਇਦ ਇਹ ਜੰਮੂ ਹੈ, ਇੱਥੇ ਸਾਡੀ ਬੀਜੇਪੀ ਸਰਕਾਰ ਦੀ ਮੈਜੋਰਟੀ ਹੈ ਜਾਂ ਲੋਕਾਂ ਦੀ ਮੈਜੋਰਟੀ ਹੈ, ਇੱਥੇ ਸ਼ਾਇਦ ਕੋਈ ਸਰਕਾਰ ਦੇ ਖਿਲਾਫ ਬੋਲੇਗਾ ਨਹੀਂ। ਲੇਕਿਨ ਉਹਨਾਂ ਨੂੰ ਇਹ ਤਕਲੀਫ ਇਸ ਗੱਲ ਦੀ ਬੜੀ ਹੋਈ ਕਿ ਜੰਮੂ ਦੇ ਵਿੱਚ ਵੀ ਲੋਕਾਂ ਨੇ ਜਿਸ ਵੇਲੇ ਸਰਕਾਰ ਦੇ ਖਿਲਾਫ ਔਰ ਕਿਸਾਨਾਂ ਦੇ ਹੱਕ 'ਚ ਆਵਾਜ਼ ਉਠਾਉਣਾ ਸ਼ੁਰੂ ਕਰ ਦਿੱਤੀ, ਜਿਸ ਦੇ ਵਿੱਚ ਅਸੀਂ ਵੀ ਗਏ ਹਾਂ। ਮੇਰੇ ਨਾਲ ਫਾਰਮਰ ਮਿਨਿਸਟਰ ਜੋ ਗਲੋਬਲ ਕਿਸਾਨ ਮੂਵਮੈਂਟ ਦੇ ਚੇਅਰਮੈਨ ਨੇ ਸ਼੍ਰੀ ਬਾਬੂ ਸਿੰਘ ਜੀ, ਉਹ ਵੀ ਗਏ ਨੇ। ਅਸੀਂ ਸਿੰਘੂ ਬਾਰਡਰ 'ਤੇ ਗਏ ਹਾਂ। ਇਸੇ ਤਰ੍ਹਾਂ ਸਰਦਾਰ ਮਹਿੰਦਰ ਸਿੰਘ ਖਾਲਸਾ ਜੀ ਵੀ ਪਹਿਲਾਂ ਵੀ ਇੱਕ ਵਾਰੀ ਗਏ ਸੀ, ਹੁਣ ਦੁਬਾਰਾ 26 ਜਨਵਰੀ ਨੂੰ ਉਹ ਦੁਬਾਰਾ ਗਏ ਸੀ। ਕਿਉਂਕਿ ਕੌਨਸ਼ੀਅਸ ਤਾਂ ਹਰ ਆਦਮੀ ਜਿਹੜਾ ਜ਼ਿੰਦਾ ਜ਼ਮੀਰ ਆਦਮੀ ਹੈ ਉਹ ਇਹ ਸਮਝਦਾ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਦੇ ਵਿੱਚ ਕਿਸਾਨਾਂ ਦੀ ਮਦਦ ਕਰਨ ਦੀ ਔਰ ਕੰਟਰੀਬਿਊਟ ਕਰਨ ਦੀ ਜ਼ਰੂਰਤ ਹੈ। ਔਰ ਇਸ ਵੇਲੇ ਪੂਰਾ ਇੰਟਰਨੈਸ਼ਨਲ ਜਿਹੜੀ ਹੈ ਲੋਕਾਂ ਦੀ ਸੋਚ ਉਹ ਕਿਸਾਨ ਦੇ ਹੱਕ ਦੇ ਵਿੱਚ ਬਣ ਰਹੀ ਹੈ। ਉਹ ਜਿਹੜੇ ਸਰਕਾਰ ਬਾਹਰਲੇ ਮੁਲਕ ਨੇ, ਅਮਰੀਕਾ ਹੈ, ਕੈਨੇਡਾ ਹੈ, ਬਰਤਾਨੀਆ ਹੈ, ਮੈਨੂੰ ਹੈਰਾਨਗੀ ਹੁੰਦੀ ਹੈ ਇਹ ਗੱਲ ਸੁਣ ਕੇ ਕਿ 100 ਮੈਂਬਰ ਪਾਰਲੀਮੈਂਟ ਨੇ ਬਰਤਾਨੀਆ ਦੇ ਪ੍ਰਾਈਮ ਮਿਨਿਸਟਰ ਨੂੰ ਕਿਹਾ ਕਿ ਤੁਸੀਂ 26 ਜਨਵਰੀ ਦੇ ਫੰਕਸ਼ਨ ਵਿੱਚ ਨਹੀਂ ਜਾਣਾ। ਇਹ ਕੋਈ ਛੋਟੀ ਗੱਲ ਨਹੀਂ ਹੈ, ਇਹ ਬਹੁਤ ਬੜੀ ਗੱਲ ਹੈ। ਇਸੇ ਤਰ੍ਹਾਂ ਦੇ ਰਿਐਕਸ਼ਨ ਜਿਹੜੇ ਨੇ ਉਹ ਕੈਨੇਡਾ ਵਿੱਚ ਵੀ ਆਏ, ਅਮਰੀਕਾ ਵਿੱਚ ਵੀ ਆਏ, ਅੱਜ ਵੀ ਇੰਟਰਨੈਸ਼ਨਲ ਲੈਵਲ 'ਤੇ ਆ ਰਹੇ ਨੇ। ਉਹ ਦਬਾਅ ਵੀ ਸਰਕਾਰ ਦੇ ਉੱਤੇ ਬਹੁਤ ਹੈਗਾ। ਲਿਹਾਜ਼ਾ ਇਤਨਾ ਜਿੱਥੇ ਇਸ਼ੂ ਜਿਹੜਾ ਇੰਟਰਨੈਸ਼ਨਲਾਈਜ਼ ਹੋ ਗਿਆ ਔਰ ਇਸ ਦੇਸ਼ ਦਾ, ਹਿੰਦੁਸਤਾਨ ਦਾ ਬੱਚਾ ਇਸ ਵੇਲੇ ਜਿਹੜਾ ਫਲੈਸ਼ ਪੁਆਇੰਟ ਬਣ ਗਿਆ ਕਿਸਾਨ ਅੰਦੋਲਨ, ਉਸ ਦੇ ਵਿੱਚ ਹਰ ਆਦਮੀ ਦੇ ਜਿਹੜੇ ਜਜ਼ਬਾਤ ਨੇ ਉਹ ਇਨਵੋਲਵ ਨੇ। ਜਿਨ੍ਹਾਂ ਦਾ ਆਪਣਾ ਜ਼ਮੀਰ ਜਾਗਦਾ ਹੈ, ਜ਼ਿੰਦਾ ਹੈ, ਉਹ ਸੋਚਦੇ ਨੇ ਕਿ ਅਸੀਂ ਇਸ ਦੇ ਵਿੱਚ ਪੀਸਫੁਲ ਤਰੀਕੇ ਦੇ ਨਾਲ ਜਾ ਕੇ ਹਿੱਸਾ ਪਾਈਏ। ਮੈਂ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਹ ਅੰਦੋਲਨ ਜਿਹੜਾ ਹੈ ਇਹ ਬਿਲਕੁਲ ਡੈਮੋਕ੍ਰੈਟਿਕ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਔਰ ਪੀਸਫੁਲ ਤਰੀਕੇ ਦੇ ਨਾਲ ਚੱਲ ਰਿਹਾ ਹੈ। ਇਹ ਇੱਕ ਮਾਸ ਮੂਵਮੈਂਟ ਹੈ। ਦੁਨੀਆ ਦੇ ਵਿੱਚ ਸਭ ਤੋਂ ਬੜੀ ਤਾਕਤਵਰ ਜਿਹੜਾ ਹਥਿਆਰ ਹੈ ਉਹ ਮਾਸ ਮੂਵਮੈਂਟ ਹੈ ਔਰ ਪੀਸਫੁਲ ਜਿਹੜਾ ਉਹ ਉਸ ਦਾ ਰਹਿਣਾ ਬਹੁਤ ਜ਼ਰੂਰੀ ਹੈ। ਇਹੀ ਤਰੀਕਾ ਕਿਸਾਨਾਂ ਨੇ ਅਪਣਾਇਆ ਔਰ ਅਸੀਂ ਵੀ ਜਿਹੜੀਆਂ ਜੰਮੂ ਦੀਆਂ ਜਥੇਬੰਦੀਆਂ, ਅਸੀਂ ਵੀ ਸਾਰੇ ਇਸ ਤਰੀਕੇ ਦੇ ਨਾਲ, ਪੀਸਫੁਲ ਤਰੀਕੇ ਦੇ ਨਾਲ ਅੰਦੋਲਨ ਕਰਨ ਦਾ ਜਿਹੜਾ ਹੈ ਉਹ ਫੈਸਲਾ ਕੀਤਾ। ਮਹਿੰਦਰ ਸਿੰਘ ਖਾਲਸਾ ਜੀ ਕਿਉਂਕਿ 2 ਵਾਰੀ ਇੱਥੇ ਗਏ, ਉਸ ਤੋਂ ਇਲਾਵਾ ਜੰਮੂ ਦੇ ਵਿੱਚ ਜਿਹੜੇ 2-3 ਕਿਸਾਨ ਜਥੇਬੰਦੀਆਂ ਨੇ ਪ੍ਰੋਗਰਾਮ ਕੀਤੇ, ਚਾਹੇ ਇੱਕ ਦਿਨ ਨੈਸ਼ਨਲ ਹਾਈਵੇ ਦੇ ਉੱਤੇ ਬਲਾਕ ਕੀਤਾ ਗਿਆ 4 ਘੰਟੇ, ਕਿਉਂਕਿ ਕਾਲ ਜਿਹੜੀ ਹੈ ਉਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਦਿੱਲੀ ਤੋਂ, ਉਸ ਦੀ ਕਾਲ ਦੇ ਉੱਤੇ ਇੱਥੇ ਜਿਹੜੀਆਂ ਜਥੇਬੰਦੀਆਂ ਨੇ ਉਹ ਕੰਮ ਕਰਦੀਆਂ ਨੇ। ਤੋ ਉਸ ਤੋਂ ਇਲਾਵਾ ਫਿਰ ਰੇਲਵੇ ਟਰੈਕ ਜਿਹੜਾ 4 ਘੰਟੇ ਲਈ ਉਹ ਵੀ ਰੋਕਿਆ ਗਿਆ 4 ਵਜੇ ਤੱਕ। ਤੋ ਇਹ ਇੱਕ ਦਿਨ ਕੈਂਡਲ ਮਾਰਚ ਵੀ ਕੀਤਾ ਗਿਆ, ਇੱਕ ਦਿਨ ਟਰੈਕਟਰ ਮਾਰਚ ਵੀ ਇੱਥੇ ਹੋਇਆ, ਲੇਕਿਨ ਸਭ ਬਿਲਕੁਲ ਪੀਸਫੁਲ ਰਿਹਾ। ਕੋਈ ਕਿਸੇ ਨੇ ਪਰੇਸ਼ਾਨ ਨਹੀਂ ਕੀਤਾ, ਕੋਈ ਰਜਿਸਟ ਨਹੀਂ ਹੋਇਆ, ਬਲਕਿ ਲੋਕਾਂ ਨੇ ਉਸ ਦੇ ਵਿੱਚ ਆ ਕੇ ਆਪਣੀ ਹਮਦਰਦੀ ਜ਼ਾਹਿਰ ਕੀਤੀ। ਉਹ ਸਰਕਾਰ ਨੂੰ ਉਹ ਚੀਜ਼ ਜਿਹੜੀ ਆ ਉਹ ਬੜੀ ਤਕਲੀਫਦੇਹ ਸਾਬਤ ਹੋਈ, ਕਿਉਂਕਿ ਸਰਕਾਰ ਤਾਂ ਕ੍ਰਸ਼ ਕਰਨਾ ਚਾਹੁੰਦੀ ਹੈ, ਇਸ ਮੂਵਮੈਂਟ ਨੂੰ ਦਬਾਉਣਾ ਚਾਹੁੰਦੀ ਹੈ। ਲਿਹਾਜ਼ਾ ਉਹਨਾਂ ਨੂੰ ਇਸ ਗੱਲ ਦੀ ਤਕਲੀਫ ਹੋਈ, ਜਿਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਹ ਲਿਜਾਣ ਦਾ ਦਿੱਲੀ ਜਿਹੜਾ ਹੈ ਮਨਸੂਬਾ ਘੜਿਆ ਗਿਆ ਹੈ। ਕਿਉਂਕਿ ਕੁਦਰਤੀ 26 ਜਨਵਰੀ ਨੂੰ ਉਹ ਦਿੱਲੀ ਵਿੱਚ ਮੌਜੂਦ ਸਨ, ਜਦੋਂ ਕਿ ਜਿਹੜਾ ਲਾਲ ਕਿਲ੍ਹੇ ਦਾ ਵਾਕਿਆ ਉਸ ਦੇ ਵਿੱਚ ਉਹਨਾਂ ਦੀ ਕੋਈ ਇਨਵੋਲਵਮੈਂਟ ਨਹੀਂ ਹੈ। ਔਰ ਉਹਨਾਂ ਦੀ ਪੂਰੀ ਫੈਮਿਲੀ ਨੇ, ਸਾਡੀ ਵੀ ਗੱਲਬਾਤ ਹੋਈ, ਉਹਨਾਂ ਨੇ ਦੱਸਿਆ ਹੈ ਕਿ ਉਹ ਉਸ ਦਿਨ ਸ਼ਾਮ ਨੂੰ ਉਹ ਦਿੱਲੀ ਦੇ ਵਿੱਚੋਂ ਉਧਰੋਂ ਘੁੰਮ ਕੇ ਨਿਕਲੇ ਨੇ। ਉਹ ਵਾਕਿਆ ਦਿਨ ਦਾ ਹੋ ਚੁੱਕਿਆ ਸੀ। ਤੋ ਲੇਕਿਨ ਹੁਣ ਕਿਉਂਕਿ ਉਹਨਾਂ ਦਾ ਉੱਥੇ ਕੈਮਰਿਆਂ ਦੇ ਵਿੱਚ ਆ ਗਿਆ ਹੋਣਾ ਹੈ, ਗੌਰਮੈਂਟ ਦੇ ਕੋਲ ਏਜੰਸੀਆਂ ਨੇ ਦੇਖ ਲਿਆ ਹੋਣਾ ਹੈ, ਤੇ ਦਿੱਲੀ ਜਾਣਾ ਕੋਈ ਗੁਨਾਹ ਥੋੜ੍ਹਾ ਹੈ। ਇਹ ਅਸੀਂ ਇਸ ਦੇਸ਼ ਦੇ ਸ਼ਹਿਰੀ ਹਾਂ, ਅਸੀਂ ਆਜ਼ਾਦੀ ਦੇ ਨਾਲ ਇਸ ਮੁਲਕ ਵਿੱਚ ਕਿਤੇ ਵੀ ਜਾ ਸਕਦੇ ਹਾਂ, ਘੁੰਮ ਸਕਦੇ ਹਾਂ, ਪਾਰਟਿਸਿਪੇਟ ਕਰ ਸਕਦੇ ਹਾਂ। ਕੋਈ ਕ੍ਰਾਈਮ ਤਾਂ ਉਹਨਾਂ ਨੇ ਕੀਤਾ ਨਹੀਂ, ਨਾ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ। ਬਹੁਤ ਜ਼ਿੰਮੇਵਾਰ ਆਗੂ ਨੇ, ਬਹੁਤ ਜ਼ਿੰਮੇਵਾਰ ਆਗੂ ਨੇ ਔਰ ਬੜੇ ਪ੍ਰੋਮੀਨੈਂਟ ਕੀਰਤਨੀਏ ਨੇ, ਰਾਗੀ ਨੇ। ਇੱਥੇ ਸਾਰੇ ਸਿੱਖ ਸਮਾਜ ਦੇ ਵਿੱਚ ਉਹਨਾਂ ਦੀ ਬੜੀ ਇੱਜ਼ਤ ਹੈ। ਈਵਨ ਮੈਂ ਤਾਂ ਕਹਿੰਦਾ ਕਿ ਕੈਨੇਡਾ, ਅਮਰੀਕਾ ਤੱਕ ਉਹਨਾਂ ਦੀ ਪ੍ਰੋਮੀਨੈਂਸ ਜਿਹੜੀ ਉਹ ਮੰਨੀ ਜਾਂਦੀ ਹੈ। ਉਹ ਉੱਥੇ ਵੀ ਜਾ ਕੇ ਕੀਰਤਨ ਕਰਦੇ ਨੇ। ਤੋ ਇਸ ਸਾਰੀ ਚੀਜ਼ ਨੂੰ ਸਰਕਾਰ ਨੇ ਬਰਦਾਸ਼ਤ ਨਹੀਂ ਕੀਤਾ ਔਰ ਸਰਕਾਰ ਨੇ ਇੱਕ ਝੂਠਾ
ਜਿਹੜਾ ਉਹ ਚਾਰजेस ਦੇ ਉੱਤੇ ਫਰੇਮ ਕਰਕੇ ਉਹਨਾਂ ਨੂੰ ਇੱਥੇ ਔਰ ਧੋਖੇ ਨਾਲ ਬੁਲਾਇਆ ਗਿਆ। ਦੇਖੋ ਅਗਰ ਉਹਨਾਂ ਦੀ ਪੂਰੀ ਫੈਮਿਲੀ ਨੂੰ ਦੱਸਿਆ ਜਾਂਦਾ ਕਿ ਤੁਹਾਡੇ ਖਿਲਾਫ ਕੋਈ ਕੇਸ ਰਜਿਸਟਰ ਨੇ ਤੇ ਤਰੀਕਾਕਾਰ ਅਪਣਾਇਆ ਜਾਂਦਾ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਗੱਲਬਾਤ ਕਰਨ ਲਈ ਐਸਪੀ ਆਫਿਸ ਦੇ ਵਿੱਚ ਬੁਲਾਇਆ ਗਿਆ ਔਰ ਫਿਰ ਘਰ ਵਾਲਿਆਂ ਨੂੰ ਉਹਨਾਂ ਨੇ ਕਿਹਾ ਜੀ ਕਿ ਐਸਪੀ ਸਾਹਿਬ ਨੇ ਮੈਨੂੰ ਬੁਲਾਇਆ, ਮੈਂ ਥੋੜੀ ਦੇਰ ਬਾਅਦ ਗੱਲਬਾਤ ਕਰਕੇ ਘਰ ਆ ਰਿਹਾ। ਲੇਕਿਨ ਜਦੋਂ ਘਰ ਵਾਲਿਆਂ ਨੂੰ ਪਤਾ ਲੱਗਾ ਜੀ ਉਹ ਤਾਂ ਜਿਹੜਾ ਚੋਰੀ ਤਰੀਕੇ ਦੇ ਨਾਲ ਦਿੱਲੀ ਪੁਲਿਸ ਦੇ ਹੈਂਡਓਵਰ ਕਰ ਦਿੱਤਾ ਗਿਆ ਔਰ ਪੁਲਿਸ ਲੈ ਗਈ ਹੈ, ਤੇ ਇਸ ਦਾ ਫਿਰ ਕੁਦਰਤੀ ਗੱਲ ਹੈ ਸਾਰੇ ਰਿਸ਼ਤੇਦਾਰਾਂ ਬਰਾਦਰੀ ਭਾਈਚਾਰੇ ਨੂੰ ਔਰ ਜਿਹੜੇ ਕਿਸਾਨ ਅੰਦੋਲਨ ਦੇ ਨਾਲ ਲੋਕਾਂ ਦਾ ਸੈਂਟੀਮੈਂਟ ਜੁੜਿਆ ਦਾ ਉਹ ਸਾਰੇ ਲੋਕਾਂ ਦੇ ਵਿੱਚ ਇਸ ਦਾ ਬਹੁਤ ਰੰਜ ਗਮ ਹੋਇਆ, ਪ੍ਰੋਟੈਸਟ ਹੋਇਆ। 4 ਘੰਟੇ 2-3 ਘੰਟੇ ਨੈਸ਼ਨਲ ਹਾਈਵੇ ਬੰਦ ਹੋਇਆ। ਫਿਰ ਐਡੀਸ਼ਨਲ ਡੀਸੀ ਆਇਆ, ਉੱਥੇ ਐਡਮਿਨਿਸਟ੍ਰੇਸ਼ਨ ਆਈ ਹੈ, ਉਹਨਾਂ ਨੇ ਇੰਸ਼ੋਰੈਂਸ ਦਿੱਤਾ ਹੈ ਕਿ ਅਸੀਂ ਇਹ ਮੈਟਰ ਜਿਹੜਾ ਹੈ ਇਮੀਡੀਏਟਲੀ ਟੇਕ ਅਪ ਕਰਾਂਗੇ ਦਿੱਲੀ ਗਵਰਨਮੈਂਟ ਦੇ ਨਾਲ ਔਰ ਜਿਹੜਾ ਹੈ ਅਸੀਂ ਉਹਨਾਂ ਨੂੰ ਰਿਹਾਅ ਕਰਾਵਾਂਗੇ। ਉਹਨਾਂ ਦੀ ਇੰਸ਼ੋਰੈਂਸ ਦੇ ਉੱਤੇ ਅਸੀਂ ਉਹਨਾਂ ਨੂੰ ਫਿਰ ਰਿਟਰਨ ਲੈਟਰ ਵੀ ਦਿੱਤਾ, ਮੈਮੋਰੈਂਡਮ ਦਿੱਤਾ, ਤੇ ਉਹਨਾਂ ਨੇ ਸਾਨੂੰ ਕਿਹਾ ਕਿ ਜੀ ਤੁਸੀਂ ਸਾਨੂੰ 2 ਦਿਨ ਦਾ ਟਾਈਮ ਦਿਓ, ਅਸੀਂ ਦਿੱਲੀ ਗਵਰਨਮੈਂਟ ਦੇ ਨਾਲ ਟੇਕ ਅਪ ਕਰ ਰਹੇ ਹਾਂ, ਉਹ ਜਲਦੀ ਘਰ ਆ ਜਾਣਗੇ, ਤੁਸੀਂ ਇਸ ਗੱਲ ਦੇ ਉੱਤੇ ਅਸ਼ੋਰ ਰਹੋ। ਲੇਕਿਨ ਅੱਜ 3-4 ਦਿਨ ਹੋ ਗਏ ਨੇ, 22 ਤਰੀਕ ਦਾ ਉਹਨਾਂ ਨੂੰ ਦਿੱਲੀ ਲੈ ਗਏ ਨੇ, तो आज 27 ਤਰੀਕ ਹੋ ਗਈ ਹੈ, ਮਤਲਬ 5 ਦਿਨ ਹੋ ਗਏ ਨੇ। तो ਹੁਣ ਜਾ ਕੇ ਇਹ ਪਤਾ ਲੱਗਾ ਹੈ ਕਿ ਉਹ ਦਿੱਲੀ ਕੋਤਵਾਲੀ ਦੇ ਵਿੱਚ ਉੱਥੇ ਬੰਦ ਨੇ, ਉਹਨਾਂ ਦੇ ਉੱਤੇ ਜਿਹੜੇ ਨੇ ਉਹ ਕੇਸ ਲਗਾਏ ਗਏ ਨੇ ਔਰ ਐਸੇ ਚਾਰजेस ਲਗਾਏ ਗਏ ਨੇ। ਸਾਨੂੰ ਤਾਂ ਹੈਰਾਨਗੀ ਹੁੰਦੀ ਹੈ ਕਿ 307 ਲਗਾਇਆ ਗਿਆ, 120 120 ਲਗਾਇਆ ਗਿਆ। ਡਰੈਕੋਨੀਅਨ ਲਾ ਜਿਹੜੇ ਨੇ ਉਹ ਹਰ ਇੱਕ ਦੇ ਉੱਤੇ ਫਿੱਟ ਕਰ ਦਿੱਤੇ ਜਾਂਦੇ ਨੇ ਤੇ ਫਿਰ ਉਸ ਨੂੰ ਹਰਾਸ ਕਰਨ ਦਾ, ਉਸ ਨੂੰ ਡਰਾਉਣ ਧਮਕਾਉਣ ਦਾ ਇਹ ਜਿਹੜਾ ਟੈਕਟਿਸ ਹੈ ਸਰਕਾਰ ਅਪਣਾ ਰਹੀ ਹੈ ਜੀ। तो ਅਸੀਂ ਤਾਂ ਇੱਕੋ ਗੱਲ ਕਹਿੰਦੇ ਹਾਂ ਕਿ ਸਰਕਾਰ ਹੁਣ ਇਹ ਸਮਝੇ ਇਸ ਸੀਰੀਅਸਨੈਸ ਨੂੰ ਕਿ ਐਜੀਟੇਸ਼ਨ ਪੀਸਫੁਲ ਹੈ ਤੇ ਪੀਸਫੁਲ ਰਹਿਣੀ ਚਾਹੀਦੀ ਹੈ। ਐਜੀਟੇਸ਼ਨ ਕਰਨਾ ਸਾਡਾ ਰਾਈਟ ਹੈ, ਪ੍ਰੋਟੈਸਟ ਕਰਨਾ ਸਾਡਾ ਰਾਈਟ ਹੈ ਔਰ ਇਹ ਸਾਰੀ ਦੁਨੀਆ ਇਸ ਗੱਲ ਨੂੰ ਮੰਨਦੀ ਹੈ, ਮਾਨਤਾ ਦਿੰਦੀ ਹੈ ਜੀ। तो ਅਸੀਂ ਅੱਜ ਵੀ ਉਸ ਬੜਾ ਸਟਰੋਂਗਲੀ ਇਸ ਡਿਮਾਂਡ ਤੇ ਖੜੇ ਹਾਂ। ਇਹ ਜਿਹੜਾ ਕਿਸਾਨੀ ਸੰਘਰਸ਼ ਆ 3 ਖੇਤੀ ਕਾਨੂੰਨ ਆਉਣ ਤੋਂ ਬਾਅਦ ਜਿਹੜੇ ਕਿਸਾਨਾਂ ਲਈ ਮਾਰੂ ਨੇ ਜੀ, ਉਸ ਤੋਂ ਬਾਅਦ ਸਾਰੇ ਭਾਰਤ ਵਿੱਚ ਫੈਲਿਆ। ਮੈਂ ਇਹ ਜਾਣਨਾ ਚਾਹੁੰਦਾ ਕਿ ਜੰਮੂ ਕਸ਼ਮੀਰ ਦੀ ਧਰਤੀ ਦੇ ਉੱਤੇ ਤੁਸੀਂ ਚਾਹੇ ਸਿੱਖ ਆਗੂ ਵਜੋਂ ਵਿਚਰ ਰਹੇ ਹੋ, ਪਰ ਕਿਸਾਨੀ ਰੂਪ ਦੇ ਵਿੱਚ ਅਜਿਹੇ ਪ੍ਰੋਟੈਸਟ ਇੱਥੇ ਪਹਿਲਾਂ ਹੁੰਦੇ ਰਹੇ? ਦੇਖੋ ਜੀ, ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕਿ ਇੱਥੇ ਕਿਸਾਨੀ ਜਥੇਬੰਦੀਆਂ ਪਹਿਲਾਂ ਵੀ ਕੁਝ ਬਣੀਆਂ ਹੋਈਆਂ ਨੇ, ਕਿਸਾਨ ਯੂਨੀਅਨਾਂ ਵੀ ਬਣੀਆਂ ਹੋਈਆਂ ਨੇ, ਲੇਕਿਨ ਉਹ ਇੱਥੇ ਆਪਣੇ ਜੰਮੂ ਲੈਵਲ ਦੇ ਉੱਤੇ ਕੰਮ ਕਰਦੀਆਂ ਸਨ। ਹੁਣ ਕਿਉਂਕਿ ਇਹ ਇੱਕ ਐਜੀਟੇਸ਼ਨ ਨੈਸ਼ਨਲ ਲੈਵਲ ਦੀ ਬਣ ਗਈ ਹੈ ਜੀ, ਤੇ ਕੁਦਰਤੀ ਗੱਲ ਹੈ ਕਿ ਉਹ ਵੀ ਇਸ ਦੇ ਨਾਲ ਸ਼ਾਮਲ ਹੋ ਗਈਆਂ ਨੇ। तो यही कारण है कि ਅੱਜ ਇਹ ਇੰਟਰਨੈਸ਼ਨਲ ਇਸ਼ੂ ਬਣ ਗਿਆ ਹੈ, ਇਤਨਾ ਵੱਡਾ ਇਸ਼ੂ ਬਣ ਗਿਆ ਹੈ ਔਰ ਬਣਨਾ ਵੀ ਚਾਹੀਦਾ ਸੀ, ਕਿਉਂਕਿ ਸਰਕਾਰ ਜਿਹੜੀ ਆ ਉਹ ਇਸ ਨੂੰ ਆਪਣੇ ਤਰੀਕੇ ਦੇ ਨਾਲ ਇਸ ਨੂੰ ਕ੍ਰਸ਼ ਕਰਨਾ ਚਾਹੁੰਦੀ ਹੈ, ਇਸ ਨੂੰ ਡਿਫੇਮ ਕਰਨਾ ਚਾਹੁੰਦੀ ਹੈ, ਇਸ ਨੂੰ ਕੋਈ ਲੈਵਲ ਲਗਾਉਣਾ ਚਾਹੁੰਦੀ ਹੈ ਔਰ ਇਹ ਸਭ ਤੋਂ ਬੜੀ ਜਿਹੜੀ ਚੀਜ਼ ਹੈ ਉਹ ਕਮਿਊਨਲਿਜ਼ਮ ਪੈਦਾ ਕਰਨਾ ਚਾਹੁੰਦੀ ਹੈ। ਸਿੱਖ ਧਰਮ ਜਿਹੜਾ ਹੈ, ਗੁਰੂ ਨਾਨਕ ਸਾਹਿਬ ਨੇ ਅਗਰ ਇਸ ਧਰਤੀ ਤੇ ਆ ਕੇ ਅਵਤਾਰ ਧਾਰਿਆ ਤੇ ਉਹਨਾਂ ਨੇ ਇੱਥੇ ਜਿਹੜੀ ਕਮਿਊਨਲ ਸੋਚ ਸੀ ਨਾ ਸਰਕਾਰਾਂ ਦੀ, ਉਸ ਤੋਂ ਲੋਕਾਂ ਨੂੰ ਕੱਢਣ ਵਾਸਤੇ, ਬਚਾਉਣ ਵਾਸਤੇ, ਉਹਨਾਂ ਦੀ ਜ਼ਿੰਦਗੀ ਨੂੰ ਜਿਹੜਾ ਉਹ ਸੁਧਾਰਨ ਵਾਸਤੇ ਔਰ ਧਰਮ ਦੇ ਸੱਚਾਈ ਦੇ ਰਸਤੇ ਤੇ ਚਲਾਉਣ ਵਾਸਤੇ ਸਿੱਖ ਧਰਮ ਹੋਂਦ ਵਿੱਚ ਆਇਆ ਹੈ। ਔਰ ਮੈਂ ਇਸ ਨੂੰ ਕਹਾਂਗਾ ਕਿ ਇਹ ਤੇ ਇੱਕ ਇਨਸਾਨੀਅਤ ਦਾ ਅੰਦੋਲਨ ਬਣ ਗਿਆ ਹੋਇਆ ਹੈ। ਇਸ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਇਨਵਾਲਵ ਨੇ, ਸਾਰੇ ਕਿਸਾਨ ਇਨਵਾਲਵ ਨੇ। ਕਿਸਾਨ ਸਿਰਫ ਸਿੱਖ ਨਹੀਂ ਕਰਦੇ, ਕਿਸਾਨ ਬਲਕਿ ਸਿੱਖ ਅਸੀਂ ਤਾਂ ਮਾਈਨੋਰਟੀ ਦੇ ਵਿੱਚ ਆ, ਇੱਥੇ ਜਿਹੜੇ ਮੈਜੋਰਟੀ ਨੇ ਉਹ ਵੀ ਕਿਸਾਨ ਨੇ, ਉਹ ਵੀ ਖੇਤੀ ਕਰਦੇ ਨੇ, ਉਹਨਾਂ ਦੀਆਂ ਜ਼ਮੀਨਾਂ ਨੇ। ਅਗਰ ਯੂਪੀ ਤੋਂ ਕਿਸਾਨ ਆਇਆ ਹੈ, ਹਰਿਆਣੇ ਤੋਂ ਆਇਆ ਹੈ, ਮਹਾਰਾਸ਼ਟਰ ਤੋਂ ਆਇਆ ਹੈ, ਗੁਜਰਾਤ ਇਵਨ ਤੋਂ ਆਇਆ ਜਿੱਥੋਂ ਜਿਹੜੀ ਮੋਦੀ ਦੀ ਸਟੇਟ ਹੈ, ਤਾਂ ਉਹ ਕੌਣ ਨੇ? ਇੱਕ ਗੱਲ ਇਹ ਆ ਕਿ ਬੇਸ਼ੱਕ ਹੋਰਾਂ ਨੇ ਇਨਵੋਲਵਮੈਂਟ ਕੀਤੀ, ਆਪਣਾ ਹਿੱਸਾ ਪਾ ਰਹੇ ਆ, ਪਰ ਜਿਹੜੀ ਗੱਲ ਦੀ ਸ਼ੁਰੂਆਤ ਹੈ ਉਹ ਪੰਜਾਬ ਦੀ ਧਰਤੀ, ਗੁਰੂ ਸਾਹਿਬਾਂ ਦੀ ਧਰਤੀ ਤੋਂ ਹੋਈ ਗੱਲ ਹੈ। ਸਿੱਖ ਦਾ ਇਸ ਸਾਰੀ ਗੱਲ ਦੇ ਵਿਚਾਲੇ ਸ਼ੁਰੂ ਕਰਨ ਦਾ ਜਿਹੜਾ ਨਾ, ਉਹਨੂੰ ਇਤਿਹਾਸਕ ਪਿਛੋਕੜ ਵਜੇ ਕਿਵੇਂ ਵੇਖਦੇ ਹੋ ਕਿ ਸਿੱਖ ਇਸ ਨੂੰ ਗੱਲ ਨੂੰ ਤੋਰਨ ਵਾਲੇ ਬਣੇ, ਸ਼ੁਰੂਆਤ ਕਰਨ ਵਾਲੇ ਬਣੇ ਸਿੱਖ ਇਤਿਹਾਸ ਦੇ ਰੂਪ ਦੇ ਵਿੱਚ, ਜਾਂ ਸਿੱਖਾਂ ਦਾ ਜਿਹੜਾ ਵਿਚਰਨ ਦਾ ਢੰਗ ਆ ਉਹਦੇ ਵਿੱਚੋਂ ਇਸ ਸੰਘਰਸ਼ ਨੂੰ ਕਿਵੇਂ ਵੇਖਦੇ ਹੋ? ਦੇਖੋ ਜੀ, ਜਿਹੜੀਆਂ 40 ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਨਾ, ਉਹਦੇ ਵਿੱਚ 32 ਜਥੇਬੰਦੀਆਂ ਪੰਜਾਬ ਦੀਆਂ ਨੇ ਤੇ 8 ਜਥੇਬੰਦੀਆਂ ਜਿਹੜੀਆਂ ਬਾਕੀ ਸਟੇਟਾਂ ਦੀਆਂ ਨੇ। ਔਰ ਬਾਕੀ ਸਟੇਟਾਂ ਦੇ ਵਿੱਚੋਂ ਜਿਹੜੇ ਬੜੇ ਲੀਡਰ ਨੇ, ਜਿਸ ਤਰ੍ਹਾਂ ਰਾਕੇਸ਼ ਸਿੰਘ ਟਿਕੈਤ ਨੇ,
ਉਹ ਇਸ ਗੱਲ ਨੂੰ ਬੜਾ ਸਪਸ਼ਟ ਕਰ ਚੁੱਕੇ ਨੇ ਕਿ ਪੰਜਾਬ ਹਮਾਰਾ ਬੜਾ ਭਾਈ ਹੈ ਇਸ ਸੰਘਰਸ਼ में, ਕਿਉਂਕਿ ਪੰਜਾਬ ਜਿਹੜਾ ਹੈ ਇਹ ਮੰਨਿਆ ਜਾਂਦਾ ਹੈ ਕਿ 80% ਜਿਹੜੀ ਖੇਤੀ ਫਸਲ ਅਨਾਜ ਪੈਦਾ ਹੁੰਦਾ ਹੈ ਇਹ ਦੇਸ਼ ਨੂੰ ਮੁਹੱਈਆ ਕਰਦਾ ਹੈ। तो ਜਦੋਂ ਇਸ ਦਾ ਪ੍ਰੋਡਕਸ਼ਨ ਸ਼ੇਅਰ ਇਤਨਾ ਜ਼ਿਆਦਾ 80% ਹੈ ਤੇ ਇਹ ਲੋਕੀ ਕਿਸਾਨੀ ਨਾਲ ਜ਼ਿਆਦਾ ਇਨਵੋਲਵ ਨੇ ਔਰ ਕਿਰਤ ਕਰਦੇ ਨੇ, ਮਿਹਨਤ ਕਰਦੇ ਨੇ। ਇਹਨਾਂ ਨੇ ਜਾ ਕੇ ਅਮਰੀਕਾ ਤੇ ਕੈਨੇਡਾ ਦੀ ਤਕਦੀਰ ਬਦਲ ਦਿੱਤੀ ਹੈ ਕਿਸਾਨੀ ਦੇ ਵਿੱਚ, ਇੰਟਰਨੈਸ਼ਨਲ ਲੈਵਲ ਤੇ ਇਹ ਮਸ਼ਹੂਰ ਨੇ। ਦੂਸਰਾ ਇਹ ਹੈ ਕਿ ਮੈਂ ਤੇ ਕਹਾਂਗਾ ਕਿ ਇਹ ਕਿਸਾਨੀ ਅੰਦੋਲਨ ਤਾਂ ਅੱਜ ਦੀ ਗੱਲ ਹੈ, ਅੰਗਰੇਜ਼ਾਂ ਦੇ ਖਿਲਾਫ ਜਿਤਨਾ ਅੰਦੋਲਨ ਹੋਇਆ ਪੰਜਾਬ ਦੇ ਕਿਸਾਨ ਉਸ ਦੇ ਵਿੱਚ ਵੀ 93% ਜਿਹੜੇ ਹੈ ਉਹਨਾਂ ਦੀ ਕੰਟਰੀਬਿਊਸ਼ਨ ਹੈ, ਇਤਨੀਆਂ ਕੁਰਬਾਨੀਆਂ ਨੇ ਉਹਨਾਂ ਦੀਆਂ। ਤਾਂ ਕਿਉਂਕਿ ਗੁਰੂ ਸਾਹਿਬ ਦੀ ਸਿੱਖਿਆ ਹੀ ਐਸੀ ਹੈ ਕਿ ਅਸੀਂ ਜ਼ੁਲਮ ਕਿਸੇ ਤੇ ਵੀ ਹੋਵੇ, ਚਾਹੇ ਉਹ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਮਜ਼ਲੂਮ ਕੋਈ ਹੋਵੇ ਜੀ, ਇਨਸਾਨ ਹੋਵੇ, ਸਿੱਖ ਜਿਹੜਾ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦਾ। ਤੇ ਪੰਜਾਬ ਦੇ ਵਿੱਚ ਕੁਦਰਤੀ ਗੱਲ ਹੈ ਕਿ ਜਦੋਂ ਪੰਜਾਬ ਇਹਦੇ 'ਚ ਹਿੱਸਾ ਲਏਗਾ ਤੇ ਸਿੱਖ ਲੋਕ ਜ਼ਿਆਦਾ ਪਾਰਟਿਸਿਪੇਟ ਕਰਦੇ ਨੇ। ਅੱਜ ਅਗਰ ਕੱਲ੍ਹ ਨੂੰ ਆਪਦਾ ਆਈ ਸੀ, ਕਰੋਨਾ ਆਇਆ ਸੀ ਜਾਂ ਕੋਈ ਹੋਰ ਆਪਦਾ ਆਉਂਦੀ ਹੈ ਤੇ ਖਾਲਸਾ ਏਡ ਜਿਹੜਾ ਸਭ ਤੋਂ ਪਹਿਲਾਂ ਉੱਥੇ ਪਹੁੰਚ ਜਾਂਦਾ ਹੈ। ਤੇ ਇਹ ਵੀ ਜਿਹੜੀ ਚੀਜ਼ ਸੋਚਣ ਵਾਲੀ ਗੱਲ ਹੈ ਨਾ ਕਿ ਅਗਰ ਕੋਈ ਸੇਵਾ ਕਰਦਾ ਹੈ ਸਭ ਤੋਂ ਜ਼ਿਆਦਾ ਜਾਨ ਲੋਕਾਂ ਦੀ ਬਚਾਉਣ ਵਾਸਤੇ ਪਹੁੰਚਦਾ ਹੈ, ਮਦਦ ਕਰਨ ਵਾਸਤੇ ਪਹੁੰਚਦਾ ਹੈ, ਤੇ ਫਿਰ ਉਹ ਉਧਰ ਦੀ ਕੁਦਰਤੀ ਗੱਲ ਹੈ ਉਸ ਦੀ ਐਡਵਰਟਾਈਜ਼ਮੈਂਟ ਵੀ ਜ਼ਿਆਦਾ ਹੁੰਦੀ ਹੈ, ਉਸ ਦਾ ਨਾਮ ਵੀ ਜ਼ਿਆਦਾ ਹੁੰਦਾ ਹੈ। ਤੋ ਜਿਹੜੀ ਗੁਰੂ ਸਾਹਿਬਾਨ ਨੇ ਤੇ ਆਪਣਾ ਸਾਰਾ ਪਰਿਵਾਰ ਜਿਹੜਾ ਕੁਰਬਾਨ ਕਰ ਦਿੱਤਾ ਇਨਸਾਨੀਅਤ ਨੂੰ ਬਚਾਉਣ ਵਾਸਤੇ। ਔਰ ਸਾਰੀ ਲੜਾਈ ਸਿੱਖੀਜ਼ਮ ਦੀ ਜਿਹੜੀ ਹੈ ਉਹ ਫਿਰਕਾ ਪ੍ਰਸਤੀ ਦੇ ਖਿਲਾਫ ਹੈ। ਫਿਰਕਾ ਪ੍ਰਸਤੀ ਦੀ ਜਿਹੜੀ ਹੈ ਜ਼ਹਿਰ ਹੈ ਨਾ, ਉਹ ਹਿੰਦੁਸਤਾਨ ਦੇ ਵਿੱਚ ਬੜੀ ਪੁਰਾਣੀ ਜਿਹੜੀ ਹੈ ਫੈਲਾਈ ਗਈ ਹੈ ਔਰ ਇਸ ਨੇ ਨਸਲਾਂ ਤਬਾਹ ਕੀਤੀਆਂ ਨੇ ਇਸ ਦੇਸ਼ ਦੀਆਂ। ਅੱਜ ਅਸੀਂ ਚਾਹੁੰਦੇ ਹਾਂ ਕਿ ਕਿਸਾਨੀ ਅੰਦੋਲਨ ਇੱਕ ਨया ਦੌਰ ਜਿਹੜਾ ਉਹ ਪੈਦਾ ਕਰ ਰਿਹਾ ਹੈ ਔਰ ਕੁਦਰਤੀ ਤੌਰ ਤੇ ਵੀ ਮਹਿਸੂਸ ਕਰ ਰਹੇ ਹਾਂ ਅਸੀਂ ਕਿ ਇੱਕ ਨया ਦੌਰ ਤਬਦੀਲੀ ਆ ਰਹੀ ਹੈ। ਦੁਨੀਆ ਨੂੰ ਉਹ ਜਿਹੜੇ ਚੰਗੀਆਂ ਗੱਲਾਂ, ਚੰਗੇ ਗੁਣ ਕਿਤੇ ਗੁਆਚ ਗਏ ਸਨ, ਲੋਕੀ ਭੁੱਲ ਗਏ ਸਨ, ਅੱਜ ਸਾਰੇ ਚੇਤੇ ਆ ਰਹੇ ਨੇ। ਔਰ ਕੁਦਰਤ ਸਭ ਤੋਂ ਬੜੀ ਤਾਕਤ ਹੈ। ਉਹ ਜਦੋਂ ਗਰਦਸ਼ ਦੇ ਵਿੱਚ ਕੋਈ ਤਬਦੀਲੀ ਲਿਆਂਦੀ ਹੈ ਨਾ ਤੇ ਉਹ ਫਿਰ ਉਸ ਦੇ ਵਿੱਚ ਉਸਨੇ ਕਿਸ ਤੋਂ ਸੇਵਾ ਲੈਣੀ ਹੈ, ਜਿਸ ਦੇ ਅੰਦਰ ਇਨਸਾਨੀਅਤ ਜ਼ਿਆਦਾ ਹੋਏਗੀ, ਪਰਉਪਕਾਰ ਦਾ ਜਜ਼ਬਾ ਜ਼ਿਆਦਾ ਹੋਏਗਾ, ਕੁਰਬਾਨੀ ਦਾ ਜਜ਼ਬਾ ਜ਼ਿਆਦਾ ਹੋਏਗਾ, ਉਹ ਉਸ ਕੋਲੋਂ ਸੇਵਾ ਲੈਣੀ ਹੈ। ਵਰਨਾ ਤਾਂ ਕੀੜੇ ਮਕੌੜਿਆਂ ਦੀ ਤਰ੍ਹਾਂ ਕਰੋੜਾਂ ਲੋਕੀ ਦੁਨੀਆ ਉੱਤੇ ਜੀਂਦੇ ਨੇ ਜਿਹੜਾ ਦੇ ਅੰਦਰ 100 ਬੁਰਾਈਆਂ ਨੇ, ਮਰੇ ਹੋਏ ਨੇ, ਉਹਨਾਂ ਦੇ ਜ਼ਮੀਰ ਮਰੇ ਹੋਏ ਨੇ। ਉਹ ਕਿਸੇ ਦੇ ਹੱਕ ਦੀ ਗੱਲ ਵੀ ਨਹੀਂ ਕਰ ਸਕਦੇ, ਆਪਣੇ ਹੱਕ ਦੀ ਗੱਲ ਵੀ ਨਹੀਂ ਕਰ ਸਕਦੇ। ਕਿਸੇ ਦੀ ਤਾਂ ਕੀ ਕਰਨੀ ਆ, ਉਹ ਆਪਣੇ ਹੱਕ ਦੀ ਗੱਲ ਵੀ ਨਹੀਂ ਕਰਦੇ। ਲੇਕਿਨ ਸਿੱਖ ਕੌਮ ਦੇ ਵਿੱਚ ਇਹ ਹੈ ਕਿ ਕਿਸੇ ਨਾਲ ਨਜਾਇਜ਼ ਹੁੰਦਾ ਦੇਖ ਕੇ, ਕਿਸੇ ਤੇ ਜ਼ੁਲਮ ਹੁੰਦਾ ਦੇਖ ਕੇ ਬਰਦਾਸ਼ਤ ਨਹੀਂ ਕਰਦੇ, ਬਲਕਿ ਇਹ ਆਪਣੇ ਆਪ ਨੂੰ ਵੀ ਉਸ ਦੇ ਉੱਤੇ ਕੁਰਬਾਨ ਕਰ ਦਿੰਦੇ ਨੇ। ਇਹੀ ਕਾਰਨ ਜੀ। ਸਰਦਾਰ ਗੁਰਦੇਵ ਸਿੰਘ ਹੁਣਾਂ ਨੇ ਬਹੁਤ ਭਾਵਪੂਰਨ ਗੱਲਾਂ ਕੀਤੀਆਂ। ਇਤਿਹਾਸਕ ਤੌਰ ਤੇ ਇਹ ਬੜੀ ਚੰਗੀ ਦ੍ਰਿਸ਼ਟੀ ਰੱਖਦੇ ਆ। ਉਹਨਾਂ ਨੇ ਗੱਲ ਨੂੰ ਬੜਾ ਵਿਸਤਾਰ ਕੀਤਾ। ਮੇਰੇ ਸਵਾਲ ਬੇਸ਼ੱਕ ਭਾਵੇਂ 3 ਕੀ ਸਨ, ਪਰ ਉਹਨਾਂ ਨੇ ਕਾਫੀ ਹੱਦ ਤੱਕ ਆਪਾਂ ਕਹਿ ਲਈਏ ਤਾਂ ਤਕਰੀਬਨ 10 ਕੁ ਸਵਾਲਾਂ ਦੇ ਉੱਤਰਾਂ ਵਰਗੀ ਤੁਸੀਂ ਗੱਲ ਕੀਤੀ ਆ ਤੇ ਬੜਾ ਚੰਗਾ ਲੱਗਾ ਜੀ ਗੱਲਬਾਤ ਕਰਕੇ। ਆਸ ਕਰਦੇ ਹਾਂ ਕਿ ਇਸ ਗੱਲਬਾਤ ਨੂੰ ਤੁਸੀਂ ਸਾਰੇ ਸੁਣਨ ਵਾਲੇ ਹੁੰਗਾਰਾ ਦਿਓਗੇ ਤੇ ਆਪਣੀਆਂ ਟਿੱਪਣੀਆਂ ਜ਼ਰੂਰ ਕਰੋ। ਮੈਂ ਪਪਲਪ੍ਰੀਤ ਸਿੰਘ ਸਰਦਾਰ ਗੁਰਦੇਵ ਸਿੰਘ ਦੇ ਨਾਲ ਇੱਥੋਂ ਜੰਮੂ ਤੋਂ ਸਾਂਝੀ ਫਤਿਹ ਗਜਾਉਂਦਾ ਜੀ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।